ਮੇਰੀ ਜਠਾਣੀ ਹਰ ਰਾਤ ਆਪਣੇ ਸਹੁਰੇ ਦੀ ਮਾਲਿਸ਼ ਕਰਨ ਜਾਂਦੀ ਸੀ ਅਤੇ ਜਦੋਂ ਮੈਂ ਬਾਹਰੋਂ ਸੁਣਦੀ ਸੀ ਤਾਂ ਮੇਰੀ ਜਠਾਣੀ ਦੇ ਰੋਣ ਦੀ ਆਵਾਜ਼ ਆਉਂਦੀ ਸੀ। ਇੱਕ ਦਿਨ ਜਦੋਂ ਮੈਂ ਆਪਣੀ ਜਠਾਣੀ ਨੂੰ ਪੁੱਛਿਆ ਤਾਂ ਉਸ ਦਾ ਰੰਗ ਫਿੱਕਾ ਪੈ ਗਿਆ ਅਤੇ ਕਹਿਣ ਲੱਗੀ, ਇਹ ਕਿਸੇ ਨੂੰ ਨਾ ਦੱਸਿਓ ਅਤੇ ਅੱਜ ਰਾਤ ਨੂੰ ਮੇਰੀ ਜਗ੍ਹਾ ਤੁਸੀਂ ਮਾਲਿਸ਼ ਕਰਨ ਲਈ ਜਾਇਓ। ਜਦੋਂ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਸਹੁਰੇ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਲਾਈਟ ਬੰਦ ਹੁੰਦੇ ਹੀ ਮੇਰੀ ਜਾਨ ਚਲੀ ਗਈ, ਕਿਉਂਕਿ ਮੇਰਾ ਨਾਮ ਕਮਲ ਹੈ। ਜਿਸ ਘਰ ਵਿੱਚ ਮੇਰਾ ਵਿਆਹ ਹੋਇਆ ਸੀ ਉਹ ਬਹੁਤ ਅਜੀਬ ਘਰ ਸੀ। ਇਹੋ ਜਿਹੀਆਂ ਗੱਲਾਂ ਹੁੰਦੀਆਂ ਜੋ ਸਮਝ ਤੋਂ ਬਾਹਰ ਸਨ। ਮੇਰੇ ਸਹੁਰੇ ਘਰ ਵਿੱਚ ਮੇਰੀ ਇੱਕ ਜਠਾਣੀ ਅਤੇ ਮੇਰਾ ਸਹੁਰਾ ਰਹਿੰਦੇ ਸਨ। ਮੇਰਾ ਜੇਠ ਵਿਦੇਸ਼ ਗਿਆ ਹੋਇਆ ਸੀ। ਮੈਂ ਉਸ ਨੂੰ ਵਿਆਹ ਵਿੱਚ ਵੀ ਨਹੀਂ ਦੇਖਿਆ ਸੀ। ਉਹ ਬਿਲਕੁਲ ਨਹੀਂ ਆਇਆ। ਮੇਰੇ ਪਤੀ ਦਾ ਨਾਂ ਵਿਸ਼ਾਲ ਸੀ। ਦਰਅਸਲ ਇਹ ਸਾਡੀ ਲਵ ਮੈਰਿਜ ਸੀ ਅਤੇ ਮੇਰੇ ਪਰਿਵਾਰ ਵਾਲੇ ਇਸ ਲਈ ਤਿਆਰ ਨਹੀਂ ਸਨ, ਕਿਉਂਕਿ ਮੇਰਾ ਪਤੀ ਦੇਖਣ ਵਿੱਚ ਬਹੁਤ ਕਮਜ਼ੋਰ ਅਤੇ ਬਿਮਾਰ ਲੱਗਦਾ ਸੀ। ਮੇਰੇ ਪਾਪਾ ਨੂੰ ਪੂਰਾ ਯਕੀਨ ਸੀ ਕਿ ਇਹ ਨਸ਼ਾ ਕਰਦਾ ਹੈ, ਜਦਕਿ ਅਜਿਹਾ ਨਹੀਂ ਸੀ। ਮੈਂ ਚਾਹੁੰਦੀ ਸੀ ਕਿ ਮੈਂ ਇੱਜ਼ਤ ਅਤੇ ਸ਼ਾਂਤੀ ਨਾਲ ਵਿਆਹ ਕਰਵਾ ਲਵਾਂ, ਪਰ ਅਜਿਹਾ ਨਹੀਂ ਹੋ ਸਕਿਆ ਅਤੇ ਹਾਲਾਤ ਵਿਗੜ ਗਏ। ਮੇਰੇ ਪਰਿਵਾਰਕ ਮੈਂਬਰਾਂ ਨੇ ਮੇਰੇ ਪਤੀ ਨੂੰ ਕਿਹਾ ਕਿ ਤੁਹਾਡੇ ਕੋਲ ਵਿਆਹ ਕਰਨ ਲਈ 3 ਦਿਨ ਹਨ, ਨਹੀਂ ਤਾਂ ਚੌਥੇ ਦਿਨ ਅਸੀਂ ਉਸ ਦਾ ਕਿਤੇ ਹੋਰ ਵਿਆਹ ਕਰ ਦੇਵਾਂਗੇ। ਮੇਰੇ ਪਤੀ ਨੇ ਆਪਣੇ ਦੋਸਤਾਂ ਦੀ ਮਦਦ ਲੈ ਕੇ ਵਿਆਹ ਕਰਵਾ ਲਿਆ। ਪਾਪਾ ਨੇ ਕਿਹਾ ਕਿ ਅੱਜ ਤੋਂ ਤੁਹਾਡੇ ਲਈ ਇਸ ਘਰ ਦੇ ਦਰਵਾਜ਼ੇ ਬੰਦ ਹਨ। ਮੈਂ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਵਿਸ਼ਾਲ ਦੇ ਪਿਤਾ ਨੂੰ ਵਿਆਹ ਵਿੱਚ ਬਹੁਤ ਖੁਸ਼ ਦੇਖਿਆ। ਉਹਨਾਂ ਨੂੰ ਬਿਲਕੁਲ ਵੀ ਗੁੱਸਾ ਨਹੀਂ ਸੀ। ਉਹ ਕਹਿੰਦੇ ਸਨ ਕਿ ਪਿਆਰ ਕਰਨਾ ਗੁਨਾਹ ਨਹੀਂ ਹੈ। ਮੈਂ ਆਪਣੀ ਜਠਾਣੀ ਨੂੰ ਆਪਣੇ ਵਿਆਹ 'ਤੇ ਹੀ ਮਿਲੀ ਸੀ। ਉਸਨੇ ਮੈਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਸਭ ਠੀਕ ਹੋ ਜਾਵੇਗਾ, ਬਿਲਕੁਲ ਵੀ ਚਿੰਤਾ ਨਾ ਕਰੋ। ਹੁਣ ਮੇਰੇ ਪਤੀ ਨੇ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਹੁਣ ਸਾਨੂੰ ਪੈਸੇ ਦੀ ਲੋੜ ਸੀ। ਉਹ ਸਵੇਰੇ ਜਾਂਦੇ ਤੇ ਰਾਤ ਨੂੰ ਹੀ ਵਾਪਸ ਆਉਂਦੇ। ਅਜੇ ਘਰ 'ਚ ਸਿਰਫ ਮੈਂ ਅਤੇ ਮੇਰੀ ਜਠਾਣੀ ਹੀ ਸੀ। ਇੱਕ ਦਿਨ ਮੈਂ ਬਹੁਤ ਅਜੀਬ ਚੀਜ਼ ਦੇਖੀ। ਰਾਤ ਢਲਦਿਆਂ ਹੀ ਮੇਰੀ ਜਠਾਣੀ ਸਾਰਾ ਕੰਮ ਨਿਬੇੜ ਕੇ ਮੇਰੇ ਸਹੁਰੇ ਦੇ ਕਮਰੇ ਵੱਲ ਜਾ ਰਹੀ ਸੀ। ਉਸ ਦੇ ਹੱਥ ਵਿੱਚ ਤੇਲ ਵਾਲੀ ਕਟੋਰੀ ਸੀ। ਮੈਂ ਇਹ ਨਜ਼ਾਰਾ ਦੇਖ ਕੇ ਬਹੁਤ ਹੈਰਾਨ ਹੋਈ। ਉਹ ਅੰਦਰ ਗਈ ਅਤੇ ਇਸ ਤੋਂ ਬਾਅਦ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਹੈਰਾਨ ਸੀ ਕਿ ਇਸ ਸਮੇਂ ਅੰਦਰ ਉਸ ਦਾ ਕੀ ਕੰਮ ਹੈ ਅਤੇ ਉਹ ਤੇਲ ਲੈ ਕੇ ਅੰਦਰ ਕਿਉਂ ਗਈ ਹੈ। ਮੈਂ ਕੁਝ ਦੇਰ ਖੜੀ ਰਹੀ ਅਤੇ ਸੋਚਿਆ ਕਿ ਉਹ ਅੰਦਰ ਤੇਲ ਦੇਣ ਗਈ ਹੋਵੇਗੀ ਅਤੇ ਦਰਵਾਜ਼ਾ ਗਲਤੀ ਨਾਲ ਬੰਦ ਹੋ ਗਿਆ ਹੋਵੇਗਾ। 15-20 ਮਿੰਟ ਲੰਘ ਗਏ, ਉਹ ਵਾਪਸ ਨਹੀਂ ਆਈ। ਕੁਝ ਸਮੇਂ ਬਾਅਦ ਮੇਰਾ ਪਤੀ ਆਇਆ। ਮੈਂ ਉਹਨਾਂ ਲਈ ਰਾਤ ਦਾ ਖਾਣਾ ਗਰਮ ਕੀਤਾ। ਫਿਰ ਅਸੀਂ ਇਕੱਠੇ ਬੈਠ ਕੇ ਖਾਣਾ ਖਾਧਾ। ਥੋੜ੍ਹੀ ਦੇਰ ਬਾਅਦ ਉਹਨਾਂ ਨੇ ਮੈਨੂੰ ਚਾਹ ਬਣਾਉਣ ਲਈ ਕਿਹਾ। ਮੈਂ ਚਾਹ ਬਣਾਉਣ ਲਈ ਰਸੋਈ ਵਿੱਚ ਵਾਪਸ ਚਲੀ ਗਈ। ਉਦੋਂ ਵੀ ਮੈਂ ਦੇਖਿਆ ਕਿ ਮੇਰੀ ਜਠਾਣੀ ਆਪਣੇ ਕਮਰੇ ਵਿੱਚ ਨਹੀਂ ਸੀ ਅਤੇ ਸਹੁਰੇ ਦੇ ਕਮਰੇ ਦੀ ਲਾਈਟ ਵੀ ਬੰਦ ਸੀ, ਭਾਵ ਉਹ ਸੁੱਤੇ ਪਏ ਸਨ। ਫਿਰ ਮੈਂ ਚਾਹ ਬਣਾ ਕੇ ਵਾਪਸ ਆ ਗਈ ਤੇ ਫਿਰ ਭਾਂਡੇ ਰੱਖਣ ਆਈ ਤਾਂ ਦੇਖਿਆ ਇਹ ਸਿਲਸਿਲਾ ਹਲੇ ਤੱਕ ਵੀ ਜਾਰੀ ਸੀ। ਮੈਂ ਵੀ ਕੁਝ ਨਹੀਂ ਕਰ ਸਕਦੀ ਸੀ। ਮੈਂ ਆਪਣੇ ਕਮਰੇ ਵਿੱਚ ਆ ਗਈ। ਸਵੇਰੇ ਮੈਂ ਆਪਣੀ ਜਠਾਣੀ ਨੂੰ ਪੁੱਛਣਾ ਚਾਹੁੰਦੀ ਸੀ, ਜਿਸ ਦਾ ਨਾਮ ਬਬੀਤਾ ਸੀ, ਪਰ ਹਿੰਮਤ ਨਾ ਕਰ ਸਕੀ। ਅਗਲੇ ਦਿਨ ਫਿਰ ਉਹੀ ਹੋਇਆ। ਸਾਰਾ ਕੰਮ ਮੁਕਾ ਕੇ ਜਿਵੇਂ ਹੀ ਰਾਤ ਪਈ ਅਤੇ ਜਦੋਂ ਉਸ ਨੂੰ ਲੱਗਾ ਕਿ ਹੁਣ ਸਾਰੇ ਪਰਿਵਾਰ ਦੇ ਮੈਂਬਰ ਸੌਂ ਗਏ ਹਨ ਤਾਂ ਉਹ ਤੇਲ ਲੈ ਕੇ ਆਪਣੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਮੈਂ ਦੇਰ ਰਾਤ ਤੱਕ ਜਾਗਦੀ ਰਹਿੰਦੀ ਸੀ, ਕਿਉਂਕਿ ਵਿਸ਼ਾਲ ਦੇਰ ਨਾਲ ਆਉਂਦੇ ਸਨ। ਦਰਵਾਜ਼ਾ ਬੰਦ ਹੋਣ ਵਾਲੀ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਮੈਂ ਹੌਲੀ-ਹੌਲੀ ਕਮਰੇ ਵੱਲ ਤੁਰ ਪਈ। ਮੇਰੇ ਕਦਮ ਵੀ ਹੌਲੀ-ਹੌਲੀ ਚੱਲ ਰਹੇ ਸਨ ਅਤੇ ਮੇਰੇ ਕੰਨ ਲੋੜ ਤੋਂ ਵੱਧ ਖੁੱਲ੍ਹੇ ਸਨ। ਨਿੱਕੀਆਂ-ਨਿੱਕੀਆਂ ਆਵਾਜ਼ਾਂ 'ਤੇ ਵੀ ਮੇਰੀਆਂ ਅੱਖਾਂ ਇੱਧਰ-ਉੱਧਰ ਦੇਖਣ ਲੱਗ ਪੈਂਦੀਆਂ ਸਨ। ਪਰ ਫਿਰ ਮੈਂ ਅਜਿਹੀਆਂ ਆਵਾਜ਼ਾਂ ਸੁਣੀਆਂ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਕਮਰੇ ਵਿੱਚੋਂ ਬਬੀਤਾ ਦੇ ਰੋਣ ਦੀ ਹਲਕੀ ਜਿਹੀ ਆਵਾਜ਼ ਆ ਰਹੀ ਸੀ। ਮੈਂ ਕੰਨਾਂ ਨੂੰ ਹੱਥ ਲਾਇਆ। ਮੈਂ ਬਹੁਤ ਹੈਰਾਨ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਪਹਿਲਾਂ ਮੈਂ ਸੋਚਿਆ ਕਿ ਇਹ ਮੇਰਾ ਵਹਿਮ ਹੈ, ਪਰ ਮੈਂ ਆਵਾਜ਼ਾਂ ਸੁਣੀਆਂ ਅਤੇ ਹੁਣ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਜੋ ਵੀ ਹੋ ਰਿਹਾ ਹੈ
ਉਸ ਵਿੱਚ ਕੁਝ ਗਲਤ ਹੈ। ਮੈਂ ਦਰਵਾਜ਼ਾ ਖੜਕਾਇਆ ਅਤੇ ਕਮਰੇ ਦੀ ਲਾਈਟ ਚੱਲ ਪਈ, ਪਰ ਫਿਰ ਮੈਂ ਡਰ ਗਈ। ਇੰਜ ਲੱਗਾ ਜਿਵੇਂ ਕੋਈ ਬਾਹਰ ਆ ਰਿਹਾ ਹੋਵੇ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ। ਸੋਚਿਆ ਵਿਸ਼ਾਲ ਨਾਲ ਗੱਲ ਕਰਾਂ, ਪਰ ਵਿਸ਼ਾਲ ਸੌਣ ਦੇ ਮੂਡ ਵਿੱਚ ਸੀ। ਉਹਨਾਂ ਨੇ ਮੈਨੂੰ ਕੁਝ ਵੀ ਕਹਿਣ ਤੋਂ ਰੋਕਿਆ। ਫਿਰ ਮੈਂ ਅਗਲੇ ਦਿਨ ਬਬੀਤਾ ਨਾਲ ਹੀ ਗੱਲ ਕਰਨ ਬਾਰੇ ਸੋਚਿਆ। ਉਹ ਮੇਰੇ ਸਾਹਮਣੇ ਬੈਠੀ ਸਬਜ਼ੀ ਕੱਟ ਰਹੀ ਸੀ ਅਤੇ ਮੈਂ ਬਰਤਨ ਧੋ ਰਹੀ ਸੀ। ਮੈਂ ਕਿਹਾ, ਤੁਸੀਂ ਰਾਤ ਨੂੰ ਸਹੁਰੇ ਦੇ ਕਮਰੇ ਵਿੱਚ ਕੀ ਕਰਨ ਗਏ ਸੀ? ਤੇਰੇ ਹੱਥ ਵਿੱਚ ਤੇਲ ਸੀ ਤੇ ਤੂੰ ਦਰਵਾਜ਼ਾ ਬੰਦ ਕਰ ਲਿਆ। ਉਹ ਹੈਰਾਨ ਸੀ। ਉਸ ਨੂੰ ਮੇਰੇ ਤੋਂ ਇਸ ਤਰ੍ਹਾਂ ਦੀ ਗੱਲ ਕਰਨ ਦੀ ਉਮੀਦ ਨਹੀਂ ਸੀ। ਤਦ ਉਹ ਕਹਿਣ ਲੱਗੀ ਕਿ ਉਹਨਾਂ ਦੇ ਪੈਰਾਂ ਵਿੱਚ ਦਰਦ ਸੀ ਤਾਂ ਮੈਂ ਉਹਨਾਂ ਦੇ ਪੈਰਾਂ ਵਿੱਚ ਤੇਲ ਲਗਾਉਣ ਗਈ ਸੀ। ਮੈਂ ਕਿਹਾ, ਮੰਨ ਲਓ ਤੁਸੀਂ ਤੇਲ ਲਾਉਣ ਗਏ ਸੀ, ਪਰ ਦਰਵਾਜ਼ਾ ਬੰਦ ਕਰਨ ਦੀ ਕੀ ਲੋੜ ਸੀ? ਤੇ ਤੁਸੀਂ ਤਾਂ ਅੰਦਰ ਹੀ ਬੈਠ ਗਏ ਸੀ। ਜਦੋਂ ਮੈਂ 2-3 ਵਾਰ ਦੇਖਣ ਗਈ ਤਾਂ ਦੇਖਿਆ ਕਿ ਤੁਸੀਂ ਆਪਣੇ ਕਮਰੇ ਵਿੱਚ ਵੀ ਨਹੀਂ ਸੀ। ਬਬੀਤਾ ਨੇ ਮੈਨੂੰ ਝੂਠ ਬੋਲਿਆ ਕਿ ਉਹ ਬਾਥਰੂਮ ਵਿੱਚ ਸੀ, ਇਸ ਲਈ ਤੁਸੀਂ ਮੈਨੂੰ ਨਹੀਂ ਦੇਖਿਆ ਹੋਵੇਗਾ। ਉਹ ਮੇਰੇ ਨਾਲ ਅੱਖਾਂ ਨਹੀਂ ਮਿਲਾ ਰਹੀ ਸੀ। ਕਹਿਣ ਲੱਗੀ, ਮੇਰੀ ਤਬੀਅਤ ਠੀਕ ਨਹੀਂ ਹੈ, ਤੇ ਉਹ ਆਪਣੇ ਕੰਮ ਵਿੱਚ ਰੁੱਝ ਗਈ। ਜਦੋਂ ਮੈਂ ਕਿਹਾ ਕਿ ਤੁਹਾਡੀ ਸਿਹਤ ਨੂੰ ਕੀ ਹੋ ਗਿਆ ਤਾਂ ਉਸਨੇ ਗੁੱਸੇ ਨਾਲ ਕਿਹਾ, ਤੁਸੀਂ ਇੰਨੀ ਛੋਟੀ ਜਿਹੀ ਗੱਲ ਨੂੰ ਕਿਉਂ ਵਧਾ ਰਹੇ ਹੋ? ਇਹਨਾਂ ਸਾਰੀਆਂ ਗੱਲਾਂ ਨੂੰ ਛੱਡੋ, ਅੱਜ ਬਹੁਤ ਗਰਮੀ ਹੈ। ਉਸਨੇ ਗੱਲਬਾਤ ਨੂੰ ਮੋੜ ਦਿੱਤਾ ਸੀ, ਪਰ ਮੈਨੂੰ ਅੰਦਾਜ਼ਾ ਲਗਾਉਣਾ ਸੀ। ਮੈਂ ਲਗਾ ਲਿਆ। ਮੇਰੀ ਇੱਕ ਬਹੁਤ ਕਰੀਬੀ ਦੋਸਤ ਸੀ। ਜਦੋਂ ਮੈਂ ਉਸ ਨੂੰ ਇਹ ਸਭ ਦੱਸਿਆ ਤਾਂ ਉਸ ਨੇ ਇਹ ਸੁਣ ਕੇ ਆਪਣੇ ਕੰਨਾਂ 'ਤੇ ਹੱਥ ਰੱਖ ਕੇ ਕਿਹਾ ਕਿ ਉਹ ਪਾਗਲ ਤਾਂ ਨਹੀਂ ਹੋ ਗਈ। ਦਾਲ 'ਚ ਜ਼ਰੂਰ ਕੁਝ ਕਾਲਾ ਹੈ, ਤੈਨੂੰ ਪਤਾ ਲਗਾਉਣਾ ਚਾਹੀਦਾ ਹੈ। ਮੇਰੀ ਭਰਜਾਈ ਵੀ ਅਜੀਬ ਕਿਸਮ ਦੀ ਔਰਤ ਸੀ। ਉਹ ਚੁੱਪ ਰਹਿੰਦੀ ਸੀ ਅਤੇ ਬਹੁਤ ਖੁੱਲ੍ਹੇ ਕੱਪੜੇ ਪਾਉਂਦੀ ਸੀ। ਅਸਲ ਵਿੱਚ ਕੁਝ ਗੱਲ ਤਾਂ ਸੀ। ਇੱਕ ਦਿਨ ਸਾਡੇ ਘਰ ਕੋਈ ਰਿਸ਼ਤੇਦਾਰ ਆਇਆ ਹੋਇਆ ਸੀ। ਮੈਂ ਗੱਲਬਾਤ ਕਰਦਿਆਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਤੇਰਾ ਪਤੀ ਵੀ ਵਿਆਹ ਤੋਂ ਪਹਿਲਾਂ ਵਿਦੇਸ਼ ਜਾਣਾ ਚਾਹੁੰਦਾ ਸੀ, ਪਰ ਉਸ ਦੇ ਪਿਤਾ ਨੇ ਉਸ ਨੂੰ ਜਾਣ ਨਹੀਂ ਦਿੱਤਾ। ਮੈਂ ਕਿਹਾ ਕਿ ਮੇਰਾ ਪਤੀ ਬਾਹਰ ਨਾ ਜਾਵੇ ਤਾਂ ਚੰਗਾ ਹੈ, ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਉਸ ਨੇ ਕਿਹਾ, ਹਾਂ, ਬਬੀਤਾ ਦਾ ਪਤੀ ਵੀ ਬਾਹਰ ਹੈ, ਉਹ ਵਿਚਾਰੀ ਬਹੁਤ ਦੁਖੀ ਰਹਿੰਦੀ ਹੈ। ਮੈਂ ਕਿਹਾ, ਨਹੀਂ, ਉਹ ਉਦਾਸ ਨਹੀਂ ਰਹਿੰਦੀ, ਉਹ ਪੂਰੀ ਤਰ੍ਹਾਂ ਠੀਕ ਹੈ। ਉਹ ਹਰ ਰੋਜ਼ ਵਧੀਆ ਤਿਆਰ ਹੁੰਦੀ ਹੈ, ਉਹ ਹੱਥਾਂ ਵਿੱਚ ਚੂੜੀਆਂ ਵੀ ਪਾਉਂਦੀ ਹੈ। ਫਿਰ ਉਸ ਨੇ ਕਿਹਾ ਕਿ ਨਹੀਂ, ਅਜਿਹਾ ਨਹੀਂ ਹੈ, ਅਸੀਂ ਉਸ ਨੂੰ ਬਹੁਤ ਦੁਖੀ ਦੇਖਿਆ ਹੈ। ਵੈਸੇ ਉਹ ਬਹੁਤ ਸੋਹਣੀ ਹੈ। ਮੈਂ ਕਿਹਾ, ਹਾਂ, ਉਹ ਸੋਹਣੀ ਤਾਂ ਬਹੁਤ ਹੈ। ਅਜੇ ਜੇਕਰ ਪਤੀ ਨੇੜੇ ਨਾ ਹੋਵੇ ਤਾਂ ਵਿਅਕਤੀ ਤਿਆਰ ਹੋ ਕੇ ਕਿਸ ਨੂੰ ਦਿਖਾਵੇ, ਪਰ ਉਸ ਦਾ ਦਿਲ ਕਰਦਾ ਹੈ ਉਸ ਨੂੰ ਤਿਆਰ ਹੋਣਾ ਚਾਹੀਦਾ ਹੈ ਤਾਂ ਇਹ ਚੰਗੀ ਗੱਲ ਹੈ। ਮਨੁੱਖ ਨੂੰ ਆਪਣੇ ਲਈ ਵੀ ਤਿਆਰ ਹੋਣਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਸਿਰਫ ਆਪਣੇ ਪਤੀ ਲਈ ਹੀ ਤਿਆਰ ਹੋਵੇ, ਉਹ ਆਪਣੇ ਲਈ ਵੀ ਤਿਆਰ ਹੋ ਸਕਦੀ ਹੈ ਤਾਂ ਜੋ ਉਹ ਆਪਣੇ ਆਪ ਨੂੰ ਸੁੰਦਰ ਦੇਖ ਕੇ ਖੁਸ਼ ਰਹਿ ਸਕੇ। ਬਬੀਤਾ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਲੱਗਦਾ ਸੀ ਕਿ ਉਸ ਦਾ ਪਤੀ ਬਾਹਰ ਹੈ ਅਤੇ ਨਾ ਹੀ ਉਸ ਘਰ ਵਿੱਚ ਮੇਰੇ ਜੇਠ ਦੀ ਕੋਈ ਗੱਲ ਹੁੰਦੀ ਸੀ। ਮੈਂ ਕਿਸੇ ਨੂੰ ਉਸ ਦਾ ਨਾਂ ਲੈਂਦੇ ਵੀ ਨਹੀਂ ਸੁਣਿਆ ਸੀ ਤੇ ਨਾ ਹੀ ਉਸ ਦੀ ਕੋਈ ਤਸਵੀਰ ਦੇਖੀ ਸੀ। ਮੈਂ ਆਪਣੀ ਜੇਠਾਣੀ ਨੂੰ ਵੀ ਕਦੇ ਆਪਣੇ ਪਤੀ ਨਾਲ ਫੋਨ ਤੇ ਗੱਲ ਕਰਦੇ ਨਹੀਂ ਦੇਖਿਆ ਸੀ। ਜੇ ਪਤੀ ਬਾਹਰ ਹੁੰਦਾ ਤਾਂ ਫੋਨ ਤਾਂ ਕਰਦਾ, ਤੇ ਮੇਰੇ ਸਹੁਰੇ ਨੇ ਵੀ ਇਹ ਨਹੀਂ ਕਿਹਾ ਕਿ ਮੇਰਾ ਪੁੱਤਰ ਬਾਹਰ ਹੈ। ਇੱਕ ਵਾਰ ਅਸੀਂ ਰਾਤ ਦਾ ਖਾਣਾ ਖਾ ਰਹੇ ਸੀ ਤਾਂ ਮੇਰੇ ਸਹੁਰੇ ਨੇ ਕਿਹਾ, ਇੱਕ ਹੀ ਪੁੱਤਰ ਹੈ ਅਤੇ ਇਹ ਸਭ ਉਸ ਦਾ ਹੀ ਤਾਂ ਹੈ। ਮੈਂ ਕਿਹਾ, ਪਿਤਾ ਜੀ, ਤੁਹਾਡਾ ਇੱਕ ਹੋਰ ਪੁੱਤਰ ਵੀ ਤਾਂ ਹੈ। ਕਹਿਣ ਲੱਗਾ, ਹਾਂ, ਇੱਕ ਹੋਰ ਪੁੱਤਰ ਵੀ ਹੈ। ਗਲਤੀ ਹੋ ਗਈ ਹੈ। ਇੱਕ ਬਾਪ ਥੋੜਾ ਹੀ ਭੁੱਲ ਸਕਦਾ ਹੈ। ਆਪਣੇ ਪੁੱਤਰ ਨੂੰ ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਮੈਂ ਉਸ ਦੇ ਮਜ਼ਾਕ ਤੇ ਹੈਰਾਨ ਸੀ। ਇਹ ਕਿਹੋ ਜਿਹਾ ਮਜ਼ਾਕ ਸੀ? ਮੇਰੇ ਪਤੀ ਨੇ ਵੀ ਅਜੀਬ ਜਿਹਾ ਚਿਹਰਾ ਬਣਾ ਲਿਆ ਅਤੇ ਬਬੀਤਾ ਵੀ ਇੱਧਰ ਉੱਧਰ ਦੇਖਣ ਲੱਗੀ। ਲੱਗਦਾ ਸੀ ਕਿ ਤਿੰਨੋਂ ਮੇਰੇ ਤੋਂ ਕੁਝ ਲੁਕੋ ਰਹੇ ਸਨ। ਪਰ ਮੇਰੀ ਜਠਾਣੀ ਦਾ ਉਹੀ ਰੂਟੀਨ ਸੀ। ਜਦੋਂ ਮੈਂ ਉਸ ਨੂੰ ਪੁੱਛਦੀ ਤਾਂ ਉਹ ਕਹਿਣ ਲੱਗਦੀ, ਪਾਪਾ ਦੀਆਂ ਲੱਤਾਂ ਵਿੱਚ ਦਰਦ ਹੈ। ਉਹ ਉਦੋਂ ਤੱਕ ਸੋ ਨਹੀਂ ਸਕਦੇ ਜਦੋਂ ਤੱਕ ਮੈਂ ਉਹਨਾਂ ਦੀਆਂ ਲੱਤਾਂ ਨਹੀਂ ਦਬਾਉਂਦੀ। ਪਰ ਮੈਂ ਸੋਚ ਰਹੀ ਸੀ ਕਿ ਜਦੋਂ ਉਹ ਸੌਂ ਜਾਂਦੇ ਹਨ ਤਾਂ ਇਹ ਵਾਪਸ ਕਿਉਂ ਨਹੀਂ ਆਉਂਦੀ? ਉਹ ਕਮਰੇ ਦੇ ਅੰਦਰ ਹੀ ਕਿਉਂ ਰਹਿੰਦੀ ਹੈ?
ਪਤਾ ਨਹੀਂ ਕਿੰਨੇ ਹੀ ਸਵਾਲ ਮੇਰੇ ਮਨ ਵਿੱਚ ਇਸ ਤਰ੍ਹਾਂ ਘੁੰਮ ਰਹੇ ਸਨ। ਅਜਿਹੀਆਂ ਗੱਲਾਂ ਮੇਰੇ ਦਿਮਾਗ ਵਿੱਚ ਆ ਰਹੀਆਂ ਸਨ ਜੋ ਮੈਂ ਸੋਚਣਾ ਵੀ ਨਹੀਂ ਚਾਹੁੰਦੀ ਸੀ। ਉਸ ਦਿਨ ਕੁਝ ਅਜਿਹਾ ਹੋਇਆ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਉਸ ਦਿਨ ਮੈਂ ਆਪਣੀ ਜਠਾਣੀ ਦੇ ਕਮਰੇ ਵਿੱਚ ਬਿਨਾਂ ਦਰਵਾਜ਼ਾ ਖੜਕਾਏ ਹੀ ਚਲੀ ਗਈ। ਉਹ ਮੈਨੂੰ ਦੇਖ ਕੇ ਹੈਰਾਨ ਰਹਿ ਗਈ, ਪਰ ਉਸ ਤੋਂ ਵੱਧ ਤਾਂ ਮੈਂ ਹੋ ਗਈ। ਮੈਂ ਕਿਹਾ ਕਿ ਤੁਸੀਂ ਤਾਂ ਮਾਂ ਬਣਨ ਵਾਲੇ ਹੋ ਤੇ ਤੁਸੀਂ ਮੈਨੂੰ ਦੱਸਿਆ ਵੀ ਨਹੀਂ। ਪਹਿਲਾਂ ਤਾਂ ਉਹ ਬਹੁਤ ਘਬਰਾ ਗਈ ਸੀ, ਫਿਰ ਆਪਣੇ ਆਪ ਨੂੰ ਸੰਭਾਲਦਿਆਂ, ਇਹ ਸਭ ਕੁਝ ਸਾਡੇ ਖਾਨਦਾਨ ਵਿੱਚ ਨਹੀਂ ਦੱਸਿਆ ਜਾਂਦਾ। 7 ਮਹੀਨੇ ਹੋਣ ਤੱਕ ਕੋਈ ਗੱਲ ਨਹੀਂ ਦੱਸੀ ਜਾਂਦੀ। ਇਹ ਕਿਹਾ ਜਾਂਦਾ ਹੈ ਕਿ ਨਜ਼ਰ ਲੱਗ ਜਾਂਦੀ ਹੈ, ਇਸੇ ਲਈ ਕੁਝ ਨਹੀਂ ਦੱਸਿਆ ਜਾਂਦਾ। ਮੈਨੂੰ ਬਹੁਤ ਹੈਰਾਨੀ ਹੋਈ। ਬਬੀਤਾ ਦੇ ਢਿੱਡ ਨੂੰ ਦੇਖ ਕੇ ਲੱਗਦਾ ਸੀ ਕਿ 6ਵਾਂ ਜਾਂ 7ਵਾਂ ਮਹੀਨਾ ਹੈ ਅਤੇ ਮੈਨੂੰ ਪਤਾ ਵੀ ਨਹੀਂ ਸੀ, ਕਿਉਂਕਿ ਮੇਰੀ ਜਠਾਣੀ ਬਹੁਤ ਖੁੱਲ੍ਹੇ ਕੱਪੜੇ ਪਾਉਂਦੀ ਸੀ। ਪਰ ਹੁਣ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਸ ਦਾ 7ਵਾਂ ਮਹੀਨਾ ਚੱਲ ਰਿਹਾ ਹੈ। ਭਾਵ ਮੇਰਾ ਜੇਠ 7 ਮਹੀਨੇ ਪਹਿਲਾਂ ਆਇਆ ਸੀ, ਪਰ ਫਿਰ ਵੀ ਇਸ ਘਰ ਵਿੱਚ ਕੋਈ ਉਸ ਦਾ ਨਾਮ ਨਹੀਂ ਲੈਂਦਾ ਸੀ ਕਿ ਉਹਨਾਂ ਦਾ ਉਸ ਨਾਲ ਕੋਈ ਦੁਸ਼ਮਣੀ ਸੀ ਜਾਂ ਉਹ ਉਸ ਨੂੰ ਪਸੰਦ ਨਹੀਂ ਕਰਦੇ ਸੀ। ਇਸ ਘਰ ਵਿੱਚ ਰਹਿੰਦੇ ਹੋਏ ਮੈਨੂੰ ਵੀ 2 ਮਹੀਨੇ ਹੋਣ ਵਾਲੇ ਸਨ। ਉਹਨਾਂ ਨੇ ਵੀ ਉਹਨਾਂ ਲਈ ਕੁਝ ਨਹੀਂ ਭੇਜਿਆ, ਨਾ ਮਨੀ ਆਰਡਰ ਅਤੇ ਨਾ ਹੀ ਕੋਈ ਪਾਰਸਲ ਕਦੇ ਆਇਆ। ਫਿਰ ਮੈਂ ਸੋਚਿਆ ਕਿ ਮੇਰੀ ਜਠਾਣੀ ਇਸ ਹਾਲਤ ਵਿੱਚ ਹੈ, ਉੱਪਰੋਂ ਮੇਰਾ ਸਹੁਰਾ ਉਸ ਨੂੰ ਪੈਰ ਦਬਾਉਣ ਲਈ ਸੱਦਦਾ ਹੈ, ਆਪਣੇ ਪੈਰਾਂ ਦੀ ਮਾਲਿਸ਼ ਕਰਵਾਉਂਦਾ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਔਰਤ ਨੂੰ ਆਰਾਮ ਦੀ ਲੋੜ ਹੁੰਦੀ ਹੈ। ਇੱਕ ਦਿਨ ਅਸੀਂ ਰਾਤ ਦਾ ਖਾਣਾ ਖਾ ਰਹੇ ਸੀ ਤਾਂ ਮੈਂ ਆਪਣੀ ਜਠਾਣੀ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਚਾਟ ਬਣਾਉਣੀ ਆ। ਅਜਿਹੀ ਹਾਲਤ 'ਚ ਤੁਹਾਨੂੰ ਚਾਟ ਖਾਣ ਦਾ ਮਨ ਜ਼ਰੂਰ ਕਰਦਾ ਹੋਵੇਗਾ। ਮੇਰੀ ਗੱਲ ਸੁਣ ਕੇ ਉਸਦੇ ਗਲੇ ਵਿਚਲਾ ਖਾਣਾ ਉੱਥੇ ਹੀ ਫਸ ਗਿਆ ਤੇ ਮੇਰਾ ਸਹੁਰਾ ਵੀ ਹੈਰਾਨੀ ਨਾਲ ਉਸ ਵੱਲ ਦੇਖਣ ਲੱਗਾ। ਉਹ ਸਭ ਦੇ ਸਾਹਮਣੇ ਕਹਿਣ ਲੱਗੀ, ਕੀ ਕਹਿ ਰਹੀ ਹੈ ਕਮਲ, ਹਾਲਤ ਦਾ ਕੀ ਮਤਲਬ ਹੈ? ਮੈਂ ਕਿਹਾ, ਤੁਸੀਂ ਪੇਟ ਤੋਂ ਹੋ, ਇਸੇ ਲਈ ਕਹਿ ਰਹੀ ਸੀ। ਤੁਹਾਨੂੰ ਕਿਸ ਨੇ ਦੱਸਿਆ ਕਿ ਮੈਂ ਗਰਭਵਤੀ ਹਾਂ? ਜਦ ਕਿ ਮੇਰਾ ਪਤੀ ਮੈਨੂੰ ਮਿਲਣ ਨਹੀਂ ਆਇਆ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਮੇਰੀ ਜਠਾਣੀ ਕਿਸ ਤਰ੍ਹਾਂ ਚਿੱਟਾ ਝੂਠ ਬੋਲ ਰਹੀ ਸੀ। ਮੇਰੇ ਸਹੁਰੇ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਸੀ। ਫਿਰ ਉਹ ਕਹਿਣ ਲੱਗੀ, ਕਮਲ ਤੂੰ ਗਲਤ ਸਮਝਿਆ ਹੈ। ਆਪਣੇ ਘਰ ਅਜੇ ਤੱਕ ਕੋਈ ਖੁਸ਼ਖਬਰੀ ਨਹੀਂ ਆਈ। ਸਾਨੂੰ ਇਹ ਖੁਸ਼ਖਬਰੀ ਤੁਹਾਡੇ ਪਾਸੋਂ ਹੀ ਮਿਲੇਗੀ। ਮੈਂ ਹੈਰਾਨੀ ਨਾਲ ਸਾਰਿਆਂ ਦੇ ਮੂੰਹ ਵੱਲ ਦੇਖ ਰਹੀ ਸੀ। ਮੈਨੂੰ ਪੂਰਾ ਯਕੀਨ ਸੀ ਕਿ ਬਬੀਤਾ ਪੇਟ ਤੋਂ ਸੀ। ਮੈਂ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ। ਬਬੀਤਾ ਬਹੁਤੀ ਬੁੱਢੀ ਨਹੀਂ ਸੀ। ਇਹ ਕੋਈ 28 ਤੋਂ 30 ਸਾਲ ਦੀ ਉਮਰ ਦੀ ਹੋਵੇਗੀ। ਦੇਖਣ ਤੋਂ ਵੀ ਠੀਕ ਸੀ, ਪਰ ਬਸ ਸਦਾ ਚੁੱਪ ਤੇ ਉਦਾਸ ਸੀ। ਮੇਰੇ ਸਹੁਰੇ ਨੇ ਕਿਹਾ, ਬਬੀਤਾ ਤੂੰ ਆਪਣੀ ਮਾਂ ਦੇ ਘਰ ਜਾਣਾ ਸੀ, ਚਲੋ ਤਿਆਰ ਹੋ ਜਾਓ, ਕਿਉਂਕਿ ਮੇਰਾ ਜੇਠ ਵੀ ਘਰ ਨਹੀਂ ਸੀ। ਇਸੇ ਲਈ ਜਦੋਂ ਮੇਰੀ ਜਠਾਣੀ ਨੇ ਕਿਤੇ ਜਾਣਾ ਹੁੰਦਾ ਤਾਂ ਮੇਰਾ ਸਹੁਰਾ ਉਸ ਨੂੰ ਲੈ ਜਾਂਦਾ ਸੀ। ਸਹੁਰੇ ਦੀ ਗੱਲ ਸੁਣ ਕੇ ਮੈਨੂੰ ਲੱਗਾ ਜਿਵੇਂ ਮੇਰੀ ਜਠਾਣੀ ਡਰ ਗਈ ਹੋਵੇ। ਉਹ ਡਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗੀ। ਮੈਂ ਸਮਝ ਗਈ ਕਿ ਯਕੀਨੀ ਤੌਰ ਤੇ ਕੁਝ ਗਲਤ ਹੈ ਅਤੇ ਮੈਂ ਆਪਣਾ ਮਨ ਬਣਾ ਲਿਆ ਕਿ ਮੈਂ ਇਸ ਰਾਜ ਨੂੰ ਜਾਣ ਕੇ ਹੀ ਰਹਾਂਗੀ। ਆਖਰ ਇਹ ਸਭ ਕੀ ਹੋ ਰਿਹਾ ਹੈ? ਮੇਰਾ ਸਹੁਰਾ ਮੇਰੀ ਜਠਾਣੀ ਨੂੰ ਲੈ ਕੇ ਚਲਾ ਗਿਆ। ਵਿਸ਼ਾਲ ਵੀ ਨਾਸ਼ਤਾ ਖਤਮ ਕਰਕੇ ਦਫ਼ਤਰ ਲਈ ਰਵਾਨਾ ਹੋ ਗਈ। ਮੈਂ ਘਰ ਵਿੱਚ ਇਕੱਲੀ ਰਹਿ ਗਈ। ਇਸ ਕਰਕੇ ਮੈਂ ਵੀ ਬੋਰ ਹੋ ਰਹੀ ਸੀ। ਸਾਡੇ ਘਰ ਕੋਈ ਨਹੀਂ ਆਉਂਦਾ ਸੀ। ਸਾਡਾ ਘਰ ਵੀ ਅਜਿਹੀ ਥਾਂ ਤੇ ਬਣਿਆ ਹੋਇਆ ਸੀ ਜਿੱਥੇ ਬਹੁਤ ਘੱਟ ਆਬਾਦੀ ਸੀ। ਸ਼ਾਮ ਨੂੰ ਜਦੋਂ ਬਬੀਤਾ ਘਰ ਆਈ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਉਸ ਦੀਆਂ ਅੱਖਾਂ ਵੱਲ ਦੇਖ ਕੇ ਲੱਗਦਾ ਸੀ ਜਿਵੇਂ ਉਹ ਬਹੁਤ ਰੋਈ ਹੋਵੇ। ਉਸ ਦੀ ਗੱਲ ਤੇ ਦਾਗ ਵੀ ਸੀ। ਮੈਂ ਪੁੱਛਿਆ ਤਾਂ ਉਹ ਕਹਿਣ ਲੱਗੀ, ਮੈਂ ਰਿਕਸ਼ੇ ਤੋਂ ਡਿੱਗ ਪਈ, ਇਸ ਲਈ ਦਾਗ ਪੈ ਗਿਆ। ਪਰ ਉਸ ਦੇ ਚਿਹਰੇ ਤੇ ਹਾਵ ਭਾਵ ਦਰਸਾਉਂਦੇ ਸਨ ਕਿ ਉਹ ਝੂਠ ਬੋਲ ਰਹੀ ਸੀ। ਉਹ ਮੇਰੇ ਤੋਂ ਨਜ਼ਰਾਂ ਚੁਰਾ ਰਹੀ ਸੀ। ਉਸਨੇ ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਮੈਂ ਕਿਹਾ, ਤੁਸੀਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰੋ, ਬਾਕੀ ਕੰਮ ਮੈਂ ਦੇਖ ਲਵਾਂਗੀ। ਮੈਂ ਬਬੀਤਾ ਨੂੰ ਹਲਦੀ ਵਾਲਾ ਦੁੱਧ ਪਿਲਾ ਕੇ ਕਮਰੇ ਵਿੱਚ ਭੇਜ ਦਿੱਤਾ। ਅੱਜ ਮੈਂ ਮਨ ਬਣਾ ਲਿਆ ਸੀ ਕਿ ਸੱਚ ਜਾਣ ਕੇ ਰਹਾਂਗੀ। ਜਦੋਂ ਬਬੀਤਾ ਆਪਣੇ ਕਮਰੇ ਵਿੱਚ ਗਈ ਤੇ ਕੁਝ ਦੇਰ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਬਬੀਤਾ ਸੋ ਰਹੀ ਹੈ।
ਤਾਂ ਮੈਂ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਅੱਜ ਮੈਂ ਬਬੀਤਾ ਦੀ ਥਾਂ ਤੇਲ ਦੀ ਕਟੋਰੀ ਲੈ ਕੇ ਆਪਣੇ ਸਹੁਰੇ ਦੇ ਕਮਰੇ ਵਿੱਚ ਜਾਣ ਵਾਲੀ ਸੀ। ਇਸ ਤੋਂ ਇਲਾਵਾ ਮੇਰੇ ਕੋਲ ਸੱਚ ਜਾਣਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਕੁਝ ਗਲਤ ਹੋ ਜਾਣ ਦਾ ਡਰ ਵੀ ਸੀ, ਪਰ ਹੁਣ ਜਦੋਂ ਮੈਂ ਆਪਣਾ ਮਨ ਬਣਾ ਲਿਆ ਸੀ, ਵਾਪਸ ਜਾਣ ਦੀ ਕੋਈ ਗੱਲ ਨਹੀਂ ਸੀ। ਮੈਂ ਆਪਣੀ ਜਠਾਣੀ ਦੇ ਕੱਪੜੇ ਪਹਿਨੇ, ਹੱਥ ਵਿੱਚ ਤੇਲ ਵਾਲੀ ਕਟੋਰੀ ਲੈ ਕੇ ਮੇਰੇ ਸਹੁਰੇ ਦੇ ਕਮਰੇ ਵੱਲ ਚਲੀ ਗਈ। ਧੜਕਦੇ ਦਿਲ ਨਾਲ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਕਮਰੇ ਵਿੱਚ ਮੱਧਮ ਰੋਸ਼ਨੀ ਸੀ। ਰਾਤ ਦਾ ਬਲਬ ਚਾਲੂ ਸੀ। ਕਮਰੇ ਵਿੱਚ ਜਾ ਕੇ ਮੈਂ ਦਰਵਾਜ਼ਾ ਬੰਦ ਕਰਨ ਦਾ ਨਾਟਕ ਕੀਤਾ, ਕਿਉਂਕਿ ਬਬੀਤਾ ਵੀ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਦਿੰਦੀ ਸੀ। ਹਾਲਾਂਕਿ ਮੈਂ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਛੱਡ ਦਿੱਤਾ ਸੀ। ਹੌਲੀ ਹੌਲੀ ਤੁਰਦੀ ਹੋਈ ਮੈਂ ਆਪਣੇ ਸਹੁਰੇ ਦੇ ਮੰਜੇ ਕੋਲ ਆ ਗਈ। ਮੇਰੇ ਮੰਜੇ ਦੇ ਨੇੜੇ ਪਹੁੰਚਦਿਆਂ ਹੀ ਮੇਰੇ ਸਹੁਰੇ ਨੇ ਮੇਰਾ ਹੱਥ ਫੜ ਲਿਆ। ਉਸਨੇ ਮੇਰਾ ਹੱਥ ਇੰਨਾ ਕੱਸ ਕੇ ਫੜ ਲਿਆ ਕਿ ਮੇਰਾ ਰੋਣ ਨਿਕਲਣ ਲੱਗਾ, ਪਰ ਮੈਂ ਆਪਣੇ ਆਪ ਨੂੰ ਰੋਕ ਲਿਆ। ਜੇ ਮੈਂ ਆਪਣੇ ਆਪ ਨੂੰ ਨਾ ਸੰਭਾਲਦੀ ਤਾਂ ਮੈਨੂੰ ਸੱਚਾਈ ਦਾ ਪਤਾ ਨਹੀਂ ਲੱਗਣਾ ਸੀ। ਮੇਰੇ ਸਹੁਰੇ ਨੇ ਮੇਰਾ ਹੱਥ ਮਰੋੜਦਿਆਂ ਅਤੇ ਕਿਹਾ, ਬਬੀਤਾ ਖਬਰਦਾਰ, ਜੇ ਕਿਸੇ ਨੂੰ ਕੁਝ ਦੱਸਿਆ ਤਾਂ ਜੇ ਤੂੰ ਇਸ ਘਰ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਆਪਣਾ ਮੂੰਹ ਬੰਦ ਰੱਖੀ। ਕਿਸੇ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਤੂੰ ਮੇਰੀ ਪਤਨੀ ਹੈ ਅਤੇ ਤੇਰੀ ਕੁੱਖ ਵਿੱਚ ਪਲ ਰਿਹਾ ਬੱਚਾ ਮੇਰਾ ਹੈ। ਜੇ ਕਿਸੇ ਨੂੰ ਪਤਾ ਲੱਗਾ ਤਾਂ ਮੈਂ ਤੇਰਾ ਉਸ ਤੋਂ ਵੀ ਮਾੜਾ ਹਾਲ ਕਰਾਂਗਾ ਜੋ ਮੈਂ ਤੇਰਾ ਦੁਪਹਿਰ ਵੇਲੇ ਕੀਤਾ ਸੀ। ਇਹ ਕਹਿ ਕੇ ਮੇਰੇ ਸਹੁਰੇ ਨੇ ਮੈਨੂੰ ਮੰਜੇ 'ਤੇ ਸੁੱਟ ਦਿੱਤਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੇ ਸਹੁਰੇ ਨੇ ਬੜੇ ਆਰਾਮ ਨਾਲ ਪਾਣੀ ਦਾ ਗਲਾਸ ਆਪਣੇ ਮੂੰਹ ਨਾਲ ਲਾਇਆ ਅਤੇ ਮੇਰੇ ਕੋਲ ਇਹ ਹੀ ਮੌਕਾ ਸੀ ਇੱਥੋਂ ਭੱਜਣ ਲਈ। ਮੈਂ ਬਿਜਲੀ ਦੀ ਰਫ਼ਤਾਰ ਨਾਲ ਕਮਰੇ ਵਿੱਚੋਂ ਨਿਕਲੀ। ਮੇਰਾ ਸਹੁਰਾ ਪਿੱਛੇ ਤੋਂ ਰੌਲਾ ਪਾ ਰਿਹਾ ਸੀ, ਬਬੀਤਾ ਬਬੀਤਾ। ਮੈਂ ਸਿੱਧਾ ਆਪਣੇ ਕਮਰੇ ਵੱਲ ਭੱਜੀ। ਵਿਸ਼ਾਲ ਸੁੱਤਾ ਪਿਆ ਸੀ। ਵਿਸ਼ਾਲ ਦੇ ਸੌਣ ਤੋਂ ਬਾਅਦ ਹੀ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਸੀ। ਮੈਂ ਆਪਣੇ ਸਹੁਰੇ ਦਾ ਇਹ ਰੂਪ ਦੇਖ ਕੇ ਹੈਰਾਨ ਰਹਿ ਗਈ। ਉੱਪਰੋਂ ਇੰਨਾ ਵਧੀਆ ਦਿਸਣ ਵਾਲਾ ਬੰਦਾ ਅੰਦਰੋਂ ਬਹੁਤ ਘਿਰਿਆ ਹੋਇਆ ਸੀ। ਘਰ ਵਿੱਚ ਜੋ ਵੀ ਹੋ ਰਿਹਾ ਸੀ ਬਹੁਤ ਗਲਤ ਹੋ ਰਿਹਾ ਸੀ। ਭਾਵ ਜਿਸ ਨੂੰ ਮੈਂ ਆਪਣੀ ਜਠਾਣੀ ਸਮਝਦੀ ਸੀ ਉਹ ਮੇਰੀ ਸੱਸ ਸੀ। ਭਾਵੇਂ ਸਾਡੀ ਦੋਵਾਂ ਦੀ ਉਮਰ ਵਿੱਚ ਬਹੁਤ ਅੰਤਰ ਸੀ, ਪਰ ਜੋ ਵੀ ਸੀ ਹੈ ਤਾਂ ਬਬੀਤਾ ਮੇਰੀ ਸੱਸ ਹੀ ਸੀ। ਮੈਂ ਆਪਣੀਆਂ ਅੱਖਾਂ ਨਾਲ ਉਸ 'ਤੇ ਹੋ ਰਿਹਾ ਤਸੱਦਦ ਨਹੀਂ ਦੇਖ ਸਕਦੀ ਸੀ। ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਹੈ, ਮੈਂ ਆਪਣੇ ਮਨ ਵਿੱਚ ਸੋਚਿਆ ਅਤੇ ਵਿਸ਼ਾਲ ਨੂੰ ਉਠਾਇਆ ਤੇ ਵਿਸ਼ਾਲ ਉੱਠ ਕੇ ਬੈਠ ਗਿਆ। ਉਹ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗਾ। ਕੀ ਹੋਇਆ ਕੋਮਲ, ਤੂੰ ਇੰਨੀ ਪਰੇਸ਼ਾਨ ਕਿਉਂ ਹੈ? ਮੈਂ ਕੁਝ ਨਹੀਂ ਕਿਹਾ ਤੇ ਮੈਂ ਵਿਸ਼ਾਲ ਦਾ ਹੱਥ ਫੜ ਕੇ ਆਪਣੀ ਸੱਸ ਦੇ ਕਮਰੇ ਵਿੱਚ ਆ ਗਈ। ਮੇਰੀ ਸੱਸ ਬਬੀਤਾ ਅਜੇ ਸੁੱਤੀ ਪਈ ਸੀ। ਸ਼ਾਇਦ ਦੁਪਹਿਰ ਦੇ ਤਸੱਦਦ ਦਾ ਇਹੀ ਅਸਰ ਸੀ ਕਿ ਉਸ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ ਸਨ। ਮੈਂ ਆਪਣੀ ਸੱਸ ਨੂੰ ਉਠਾ ਕੇ ਉਸ ਦਾ ਹੱਥ ਫੜ ਕੇ ਆਪਣੇ ਸਹੁਰੇ ਦੇ ਕਮਰੇ ਵਿੱਚ ਲੈ ਆਈ। ਵਿਸ਼ਾਲ ਅਤੇ ਮੇਰੀ ਸੱਸ ਹੈਰਾਨੀ ਨਾਲ ਮੇਰੇ ਵੱਲ ਦੇਖ ਰਹੇ ਸਨ। ਉਹ ਦੋਵੇਂ ਸਮਝ ਨਹੀਂ ਸਕੇ ਸਨ ਕਿ ਮੈਂ ਸਭ ਕਿਉਂ ਕਰ ਰਹੀ ਹਾਂ। ਸਹੁਰੇ ਦੇ ਕਮਰੇ ਵਿੱਚ ਪਹੁੰਚ ਕੇ ਮੈਂ ਲਾਈਟ ਔਨ ਕਰ ਦਿੱਤੀ। ਸਾਨੂੰ ਤਿੰਨਾਂ ਨੂੰ ਕਮਰੇ ਵਿੱਚ ਦੇਖ ਕੇ ਮੇਰੇ ਸਹੁਰਾ ਦੰਗ ਰਹਿ ਗਿਆ। ਫਿਰ ਆਪਣੇ ਆਪ ਨੂੰ ਸੰਭਾਲਦਿਆਂ ਬੋਲਿਆ, ਕੀ ਗੱਲ ਹੈ, ਤੁਸੀਂ ਤਿੰਨੋਂ ਅਚਾਨਕ ਮੇਰੇ ਕਮਰੇ ਵਿੱਚ ਕਿਵੇਂ ਆ ਗਏ? ਵਿਸ਼ਾਲ ਅਤੇ ਮੇਰੀ ਸੱਸ ਮੇਰੇ ਮੂੰਹ ਵੱਲ ਦੇਖਣ ਲੱਗ ਪਏ, ਕਿਉਂਕਿ ਉਹਨਾਂ ਨੂੰ ਕੁਝ ਪਤਾ ਨਹੀਂ ਸੀ। ਫਿਰ ਮੈਂ ਗੁੱਸੇ ਨਾਲ ਕਿਹਾ, ਪਾਪਾ ਜੀ ਤੁਸੀਂ ਡਰਾਮਾ ਕਰਨਾ ਬੰਦ ਕਰ ਦਿਓ। ਮੈਨੂੰ ਤੁਹਾਡੀ ਅਸਲੀਅਤ ਪਤਾ ਲੱਗ ਗਈ ਹੈ। ਮੈਂ ਸੋਚਿਆ ਕਿ ਤੁਸੀਂ ਬਹੁਤ ਚੰਗੇ ਵਿਅਕਤੀ ਹੋ, ਪਰ ਤੁਸੀਂ ਅਜੇ ਗਿਰੇ ਹੋਏ ਵਿਅਕਤੀ ਹੋਵੋਗੇ। ਮੈਨੂੰ ਨਹੀਂ ਪਤਾ ਸੀ। ਮੇਰੀ ਗੱਲ ਸੁਣ ਕੇ ਮੇਰਾ ਸਹੁਰਾ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ, ਬੇਟਾ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਤੁਹਾਨੂੰ ਕੀ ਹੋ ਗਿਆ ਹੈ? ਮੈਂ ਕੀ ਕੀਤਾ ਹੈ? ਮੈਂ ਆਪਣੀ ਸੱਸ ਨੂੰ ਅੱਗੇ ਕਰ ਦਿੱਤਾ। ਮੈਂ ਕਿਹਾ, ਦੱਸੋ ਤੁਹਾਡਾ ਇਹਨਾਂ ਨਾਲ ਕੀ ਸੰਬੰਧ ਹੈ? ਮੇਰਾ ਸਹੁਰਾ ਘਬਰਾਏ ਹੋਏ ਬੋਲਿਆ। ਇਹ ਮੈਂ ਉਹਨਾਂ ਦੀ ਗੱਲ ਵਿੱਚ ਹੀ ਕੱਟਦੇ ਹੋਏ ਬੋਲਣ ਲੱਗੀ, ਇਹ ਮੇਰੀ ਸੱਸ ਹੈ। ਮੇਰੀ ਗੱਲ ਸੁਣ ਕੇ ਵਿਸ਼ਾਲ ਮੇਰੀ ਸੱਸ ਦੇ ਸਹੁਰੇ ਦੇ ਹੋਸ਼ ਉੱਡ ਗਏ। ਸਭ ਤੋਂ ਵੱਧ ਮੇਰੀ ਸੱਸ ਡਰੀ ਹੋਈ ਸੀ। ਉਹ ਝੱਟ ਮੇਰੇ ਸਹੁਰੇ ਦੇ ਪੈਰੀਂ ਬੈਠ ਗਈ। ਉਸ ਨੇ ਰੋਂਦੇ ਹੋਏ ਕਿਹਾ, ਮੈਨੂੰ ਕੁਝ ਨਾ ਕਿਹੋ, ਮੈਂ ਕਮਲ ਨੂੰ ਕੁਝ ਨਹੀਂ ਦੱਸਿਆ। ਪਤਾ ਨਹੀਂ ਇਸ ਨੂੰ ਕਿਵੇਂ ਪਤਾ ਲੱਗਿਆ। ਮੈਂ ਆਪਣੀ ਸੱਸ ਨੂੰ ਮੋਢਿਆਂ ਤੋਂ ਫੜ ਕੇ ਉਠਾਇਆ ਤੇ ਕਿਹਾ, ਉਸ ਨੇ ਮੈਨੂੰ ਕੁਝ ਨਹੀਂ ਦੱਸਿਆ। ਅੱਜ ਸ਼ਾਮ ਉਹਦੀ ਥਾਂ ਮੈਂ ਤੁਹਾਡੇ ਕਮਰੇ ਵਿੱਚ ਤੇਲ ਦੀ ਕਟੋਰੀ ਲੈ ਕੇ ਆਈ ਸੀ।
ਤੁਸੀਂ ਆਪਣੀ ਪਤਨੀ ਨੂੰ ਇੰਨੇ ਤਸੀਹੇ ਕਿਵੇਂ ਦੇ ਸਕਦੇ ਹੋ? ਇੱਕ ਤਾਂ ਉਹ ਪੇਟ ਤੋਂ ਹੈ, ਉੱਪਰੋਂ ਤੁਸੀਂ ਉਹਨਾਂ ਦੇ ਹੱਥ ਚੁੱਕਦੇ ਹੋ। ਉਸ ਤੋਂ ਦੇਰ ਰਾਤ ਤੱਕ ਪੈਰਾਂ ਦੀ ਮਾਲਿਸ਼ ਕਰਵਾਉਂਦੇ ਹੋ। ਅਜੇ ਸਮੇਂ ਉਹਨਾਂ ਨੂੰ ਆਰਾਮ ਅਤੇ ਤੁਹਾਡੀ ਸੇਵਾ ਦੀ ਲੋੜ ਹੁੰਦੀ ਹੈ ਅਤੇ ਤੁਸੀਂ ਸਾਰਿਆਂ ਨੇ ਮੈਨੂੰ ਮੂਰਖ ਬਣਾਇਆ। ਸੱਚ ਦੱਸੋ, ਤੁਸੀਂ ਮੇਰੇ ਤੋਂ ਸੱਚ ਕਿਉਂ ਛੁਪਾਇਆ? ਵਿਸ਼ਾਲ ਨੇ ਮੈਨੂੰ ਕਿਹਾ, ਕਮਲ ਆਰਾਮ ਨਾਲ ਬੈਠ, ਪਾਣੀ ਪੀ, ਮੈਂ ਤੈਨੂੰ ਸਭ ਕੁਝ ਦੱਸ ਦਿਆਂਗਾ। ਹੁਣ ਤੁਹਾਨੂੰ ਸਭ ਕੁਝ ਪਤਾ ਲੱਗ ਹੀ ਗਿਆ ਹੈ। ਬਬੀਤਾ ਸਾਡੇ ਘਰ ਕੰਮ ਕਰਦੀ ਸੀ। ਉਸ ਸਮੇਂ ਮੇਰੀ ਮਾਂ ਜਿੰਦਾ ਸੀ। ਉਹ ਬਬੀਤਾ ਨੂੰ ਆਪਣੀ ਛੋਟੀ ਭੈਣ ਵਾਂਗ ਪਿਆਰ ਕਰਦੀ ਸੀ। ਬਬੀਤਾ ਵੀ ਮੇਰੀ ਮਾਂ ਦਾ ਬਹੁਤ ਸਤਿਕਾਰ ਕਰਦੀ ਸੀ। ਮੇਰੀ ਮਾਂ ਬਿਮਾਰ ਮਹਿਸੂਸ ਕਰ ਰਹੀ ਸੀ। ਡਾਕਟਰ ਨੂੰ ਮਿਲਣ 'ਤੇ ਪਤਾ ਲੱਗਾ ਕਿ ਮੇਰੀ ਮਾਂ ਨੂੰ ਕੈਂਸਰ ਹੈ ਅਤੇ ਆਖਰੀ ਸਟੇਜ 'ਤੇ ਹੈ। ਬਬੀਤਾ ਮੇਰੀ ਮਾਂ ਦੀ ਬਹੁਤ ਸੇਵਾ ਕਰਦੀ ਸੀ। ਇੱਕ ਦਿਨ ਮਾਂ ਨੇ ਦੇਖਿਆ ਕਿ ਬਬੀਤਾ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਜਦੋਂ ਮਾਂ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ, ਪਰ ਕਾਫੀ ਜ਼ੋਰ ਪਾਉਣ 'ਤੇ ਬਬੀਤਾ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਦੱਸਿਆ ਕਿ ਮੇਰੇ ਨਾਲ ਬਬੀਤਾ ਦੀ ਗੱਲ ਸੁਣ ਕੇ ਮੇਰੀ ਮਾਂ ਹੈਰਾਨ ਰਹਿ ਗਈ। ਉਸ ਦੀ ਜ਼ਿੰਦਗੀ ਵੈਸੇ ਹੀ ਬਹੁਤ ਛੋਟੀ ਸੀ, ਪਰ ਇਸ ਸਦਮੇ ਨੇ ਉਸੇ ਸਮੇਂ ਉਸ ਦੀ ਜਾਨ ਲੈ ਲਈ ਸੀ। ਪਰ ਮਰਨ ਤੋਂ ਪਹਿਲਾਂ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਫੋਨ ਕਰਕੇ ਕਿਹਾ ਸੀ, ਮੈਂ ਮਰਨ ਤੋਂ ਬਾਅਦ ਵੀ ਤੁਹਾਨੂੰ ਮਾफ़ ਨਹੀਂ ਕਰਾਂਗੀ। ਪਾਪਾ ਬਹੁਤ ਰੋਏ, ਪੈਰਾਂ ਵਿੱਚ ਡਿੱਗ ਕੇ ਆਪਣੀ ਗਲਤੀ ਲਈ ਮਾफ़ੀ ਮੰਗੀ, ਪਰ ਮਾਂ ਉਹਨਾਂ ਨੂੰ ਮਾफ़ ਨਹੀਂ ਕਰ ਰਹੀ ਸੀ। ਆਖਰ ਮਾਂ ਨੇ ਉਸ ਨੂੰ ਇਸ ਸ਼ਰਤ 'ਤੇ ਮਾफ़ ਕਰ ਦਿੱਤਾ ਕਿ ਮੇਰੀ ਮੌਤ ਤੋਂ ਬਾਅਦ ਉਹ ਬਬੀਤਾ ਨਾਲ ਵਿਆਹ ਕਰ ਲਵੇ। ਪਾਪਾ ਨੇ ਮੇਰੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਬਬੀਤਾ ਨਾਲ ਵਿਆਹ ਕਰਨਗੇ। ਬਸ ਮੈਨੂੰ ਮਾफ़ ਕਰੋ। ਮੇਰੀ ਮਾਂ ਨੇ ਮੇਰੇ ਪਿਤਾ ਨੂੰ ਮਾफ़ ਕਰ ਦਿੱਤਾ ਅਤੇ ਫਿਰ ਮਾਂ ਇਸ ਸੰਸਾਰ ਤੋਂ ਚਲੀ ਗਈ। ਮਾਂ ਦੀ ਮੌਤ ਤੋਂ ਕੁਝ ਸਮੇਂ ਬਾਅਦ ਪਿਤਾ ਨੇ ਬਬੀਤਾ ਨਾਲ ਵਿਆਹ ਕਰਵਾ ਲਿਆ, ਪਰ ਪਾਪਾ ਬਬੀਤਾ ਨੂੰ ਉਹ ਸਤਿਕਾਰ ਅਤੇ ਪਿਆਰ ਨਹੀਂ ਦੇ ਸਕੇ ਜਿਸ ਦਾ ਇੱਕ ਪਤਨੀ ਨੂੰ ਹੱਕ ਹੈ। ਪਾਪਾ ਨੇ ਬਬੀਤਾ ਨਾਲ ਗੁਪਤ ਵਿਆਹ ਕਰਵਾ ਲਿਆ। ਕੋਈ ਨਹੀਂ ਜਾਣਦਾ ਸੀ ਕਿ ਬਬੀਤਾ ਮੇਰੀ ਮਾਂ ਹੈ। ਪਾਪਾ ਬਹੁਤ ਇੱਜ਼ਤ ਵਾਲੇ ਇਨਸਾਨ ਸਨ। ਪਾਪਾ ਸਾਰਿਆਂ ਦੀਆਂ ਨਜ਼ਰਾਂ 'ਚ ਬਹੁਤ ਇੱਜ਼ਤ ਰੱਖਦੇ ਸਨ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਨੌਕਰਾਨੀ ਨਾਲ ਵਿਆਹ ਕੀਤਾ ਹੈ। ਮਾਂ ਦੀ ਮੌਤ ਤੋਂ ਬਾਅਦ ਸਾਡੇ ਘਰ ਕੋਈ ਨਹੀਂ ਆਉਂਦਾ ਸੀ। ਉਸ ਦਿਨ ਜੋ ਔਰਤ ਆਈ ਉਹ ਵੀ ਪਾਪਾ ਵੱਲੋਂ ਭੇਜੀ ਗਈ ਔਰਤ ਸੀ ਅਤੇ ਉਸ ਨੇ ਇਸ ਤਰ੍ਹਾਂ ਗੱਲ ਕੀਤੀ ਕਿ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਬਬੀਤਾ ਤੁਹਾਡੀ ਜਠਾਣੀ ਹੈ। ਇਹ ਸਭ ਸੁਣ ਕੇ ਮੈਂ ਆਪਣੇ ਪਾਪਾ ਵੱਲ ਮੁੜਿਆ। ਉਹ ਸਿਰ ਨੀਵਾਂ ਕਰਕੇ ਬੈਠੇ ਸਨ, ਅੱਖਾਂ ਵਿੱਚ ਹੰਝੂ ਸਨ। ਮੈਂ ਪਾਪਾ ਜੀ ਦੇ ਪੈਰਾਂ ਕੋਲ ਬੈਠ ਕੇ ਕਿਹਾ, ਪਾਪਾ ਤੁਸੀਂ ਜੋ ਗਲਤੀ ਇੱਕ ਵਾਰ ਕੀਤੀ ਸੀ ਉਹ ਸ਼ਾਇਦ ਅਣਜਾਣੇ ਵਿੱਚ ਹੋ ਗਈ ਹੋਵੇਗੀ, ਪਰ ਹੁਣ ਤੁਸੀਂ ਬਾਰ-ਬਾਰ ਅਤੇ ਜਾਣ-ਬੁੱਝ ਕੇ ਕਰ ਰਹੇ ਹੋ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਅਜਿਹਾ ਕਰਨ ਨਾਲ ਮਾਂ ਦੀ ਆਤਮਾ ਨੂੰ ਕਿੰਨੀ ਠੇਸ ਪਹੁੰਚੀ ਹੋਵੇਗੀ? ਉਹ ਤਾਂ ਬਬੀਤਾ ਨੂੰ ਆਪਣੀ ਭੈਣ ਸਮਝਦੇ ਸਨ ਅਤੇ ਤੁਸੀਂ ਉਸ ਨੂੰ ਬਹੁਤ ਦੁਖੀ ਕੀਤਾ। ਫਿਰ ਮੰਮੀ ਦੀ ਆਤਮਾ ਕਿਵੇਂ ਖੁਸ਼ ਹੋਵੇਗੀ? ਉਹ ਰਿਸ਼ਤਾ ਜੋ ਮੰਮੀ ਨੇ ਮਰਨ ਤੋਂ ਪਹਿਲਾਂ ਕਾਇਮ ਕੀਤਾ ਸੀ, ਉਸ ਨੂੰ ਸੱਚੇ ਦਿਲ ਨਾਲ ਨਿਭਾਓ। ਇਸ ਵਿੱਚ ਤੁਸੀਂ ਵੀ ਖੁਸ਼, ਮੰਮੀ ਜੀ ਵੀ ਅਤੇ ਬਬੀਤਾ ਵੀ ਖੁਸ਼ ਹਨ। ਹੁਣ ਤੁਹਾਡੇ ਘਰ ਇੱਕ ਨਵਾਂ ਮਹਿਮਾਨ ਵੀ ਆਉਣ ਵਾਲਾ ਹੈ। ਕੱਲ੍ਹ ਨੂੰ ਜਦੋਂ ਉਹ ਦੁਨੀਆ ਵਿੱਚ ਆਵੇਗਾ ਤਾਂ ਉਹ ਕਿਸ ਨੂੰ ਆਪਣਾ ਪਿਤਾ ਕਹੇਗਾ? ਬਬੀਤਾ ਨੂੰ ਪੂਰੇ ਦਿਲ ਨਾਲ ਅਪਣਾਓ। ਘੱਟੋ ਘੱਟ ਉਸ ਨੂੰ ਛੋਟੇ ਮਹਿਮਾਨ ਦੀ ਖਾਤਰ ਪਰਵਾਹ ਕਰਨਾ ਬੰਦ ਕਰੋ ਕਿ ਦੁਨੀਆ ਕੀ ਕਹੇਗੀ। ਪਾਪਾ ਜੀ ਨੇ ਅੱਖਾਂ ਵਿੱਚ ਹੰਝੂ ਲੈ ਕੇ ਮੇਰੇ ਵੱਲ ਦੇਖਿਆ। ਸ਼ਾਇਦ ਪਛਤਾਵੇ ਤੇ ਹੰਝੂ ਸਨ। ਕਮਲ, ਅੱਜ ਤੂੰ ਮੇਰੀਆਂ ਅੱਖਾਂ ਖੋਲ੍ਹੀਆਂ। ਮੈਂ ਇਸ ਡਰ ਵਿੱਚ ਜੀ ਰਿਹਾ ਸੀ ਕਿ ਮੇਰੀ ਇੱਜ਼ਤ ਦਾ ਕੀ ਬਣੇਗਾ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਮੈਂ ਇੱਕ ਨੌਕਰਾਨੀ ਨਾਲ ਵਿਆਹ ਕਰਾ ਲਿਆ ਹੈ। ਪਰ ਅੱਜ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਹਨ। ਮੈਂ ਆਪਣੀ ਪਤਨੀ ਨਾਲ ਕੀਤਾ ਵਾਅਦਾ ਨਿਭਾਇਆ, ਪਰ ਸੱਚੇ ਦਿਲ ਨਾਲ ਨਹੀਂ। ਫਿਰ ਮੈਂ ਕਿਵੇਂ ਸੋਚਾਂ ਕਿ ਮੇਰੀ ਪਤਨੀ ਮੈਨੂੰ ਮਾਫ਼ ਕਰ ਦੇਵੇਗੀ? ਮੈਨੂੰ ਇਹ ਰੋਸ਼ਨੀ ਦਿਖਾਉਣ ਲਈ ਬੇਟਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਫਿਰ ਉਸ ਨੇ ਬਬੀਤਾ ਦਾ ਹੱਥ ਫੜ ਕੇ ਉਸ ਦੇ ਬਿਸਤਰੇ 'ਤੇ ਬਿਠਾਇਆ ਅਤੇ ਉਸ ਦੇ ਪੈਰਾਂ ਕੋਲ ਬੈਠ ਕੇ ਉਸ ਤੋਂ ਮਾਫ਼ੀ ਮੰਗਣ ਲੱਗੀ। ਮੈਨੂੰ ਮਾਫ਼ ਕਰ ਦਿਓ ਬਬੀਤਾ, ਮੈਂ ਤੇਰਾ ਦੋਸ਼ੀ ਹਾਂ। ਮੈਨੂੰ ਅੱਜ ਤੱਕ ਪਤਾ ਨਹੀਂ ਸੀ ਕਿ ਮੈਂ ਤੈਨੂੰ ਕਿੰਨੀ ਤਕਲੀਫ ਦਿੱਤੀ ਹੈ, ਪਰ ਤੇਰੇ ਮੂੰਹੋਂ ਇੱਕ ਉਫ ਵੀ ਨਾ ਨਿਕਲੀ। ਤੁਸੀਂ ਬਹੁਤ ਮਹਾਨ ਹੋ। ਕਿਰਪਾ ਕਰਕੇ ਮੈਨੂੰ ਮਾਫ਼ ਕਰਨ ਲਈ ਇੱਕ ਹੋਰ ਮਹਾਨਤਾ ਕਰੋ। ਬਬੀਤਾ ਨੇ ਤੁਰੰਤ ਉੱਠ ਕੇ ਮੇਰੇ ਸਹੁਰੇ ਦੇ ਹੱਥ ਫੜ ਲਿਆ
ਅਤੇ ਰੋਂਦੇ ਹੋਏ ਕਿਹਾ, ਕਿਰਪਾ ਕਰਕੇ ਅਜਿਹਾ ਨਾ ਕਰੋ। ਤੁਸੀਂ ਮੇਰੇ ਪਤੀ ਹੋ, ਮੇਰੇ ਤੋਂ ਮਾਫੀ ਮੰਗਦੇ ਤੁਸੀਂ ਚੰਗੇ ਨਹੀਂ ਲੱਗਦੇ। ਤੁਸੀਂ ਮੈਨੂੰ ਸੱਚੇ ਮਨ ਨਾਲ ਅਪਣਾਇਆ ਹੈ, ਮੇਰੇ ਲਈ ਇਹ ਸਭ ਬਹੁਤ ਹੈ। ਦੋਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਮੈਂ ਵੀ ਬਹੁਤ ਖੁਸ਼ ਸੀ। ਵਿਸ਼ਾਲ ਮੇਰੇ ਵੱਲ ਬੜੇ ਪਿਆਰ ਨਾਲ ਦੇਖ ਰਿਹਾ ਸੀ ਕਿ ਅੱਜ ਮੈਂ ਸਭ ਕੁਝ ਸੁਲਝਾ ਲਿਆ। ਕੁਝ ਦਿਨਾਂ ਬਾਅਦ ਬਬੀਤਾ ਨੇ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ। ਸਾਰੇ ਘਰ ਵਿੱਚ ਖੁਸ਼ੀ ਫੈਲ ਗਈ ਸੀ। ਮੇਰਾ ਸਹੁਰਾ ਬਹੁਤ ਖੁਸ਼ ਸੀ। ਉਹ ਉਸ ਛੋਟੀ ਬੱਚੀ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਇਸ ਤਰ੍ਹਾਂ ਉਛਲ ਰਿਹਾ ਸੀ ਜਿਵੇਂ ਕਿ ਉਹਨਾਂ ਦਾ ਵਿਆਹ ਹੋਇਆ ਹੋਵੇ ਅਤੇ ਇਹ ਉਹਨਾਂ ਦਾ ਪਹਿਲਾ ਬੱਚਾ ਹੈ। ਮੇਰੀ ਸੱਸ ਨੇ ਮੈਨੂੰ ਜੱਫੀ ਪਾ ਕੇ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਅਤੇ ਬਹੁਤ ਪਿਆਰ ਕੀਤਾ ਅਤੇ ਕਹਿਣ ਲੱਗੀ, ਅੱਜ ਤੁਹਾਡੇ ਕਾਰਨ ਮੇਰੇ ਬੱਚੇ ਨੂੰ ਪਿਤਾ ਦਾ ਪਿਆਰ ਮਿਲਿਆ ਅਤੇ ਮੈਨੂੰ ਪਤੀ ਦਾ ਪਿਆਰ ਮਿਲਿਆ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਅੱਜ ਸਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ ਅਤੇ ਵਿਸ਼ਾਲ ਵੀ ਬਹੁਤ ਖੁਸ਼ ਹਨ। ਇਹ ਕਹਿਣ ਦੀ ਲੋੜ ਨਹੀਂ ਕਿ ਬਬੀਤਾ ਅਤੇ ਮੇਰੇ ਸਹੁਰੇ ਨੇ ਆਪਣੀ ਜ਼ਿੰਦਗੀ ਦਾ ਨਵਾਂ ਮਕਸਦ ਲੱਭ ਲਿਆ ਹੈ। ਦੋਸਤੋ, ਕਮਲ ਵੱਲੋਂ ਆਪਣੀ ਸੱਸ ਅਤੇ ਸਹੁਰੇ ਦੇ ਨਾਲ ਰਹਿਣ ਲਈ ਲਏ ਗਏ ਫੈਸਲੇ ਬਾਰੇ ਤੁਹਾਡੀ ਕੀ ਰਾਏ ਹੈ? ਕਮੈਂਟ ਕਰਕੇ ਜ਼ਰੂਰ ਦੱਸੋ। ਜੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ ਹੈ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।